السلام علیکم دوستو, ਅੱਜ ਅਸੀਂ ਫਿਰ ਤੁਹਾਡੇ ਕੋਲ ਨਵੇਂ ਕਲਿੱਪ ਦੇ ਨਾਲ ਅੱਲਾ ਦੇ ਉਸਮਾਨੀ ਹਾਜ਼ਰ ਖਿਦਮਤ ਹੈ। ਪਹਿਲੇ ਤੇ ਦੋਸਤੋ ਅਸੀਂ ਤੁਹਾਡੇ ਕੋਲ ਕੋਈ ਨਾ ਕੋਈ ਸੁਨਨਤ ਵਾਲ ਜਮਾਤ ਦੇ ਤੇ ਸ਼ੀਆ ਉਲਮਾ ਦੀ ਆਪਸ ਚ ਜਿਹੜੀ ਕਨਵਰਸੇਸ਼ਨ ਹੁੰਦੀ ਸੀ, ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਸਨ, ਉਹ ਤੁਹਾਡੇ ਕੋਲ ਲੈ ਕੇ ਆਨੇ ਸਾਂ। ਅੱਜ ਅਸੀਂ ਤੁਹਾਡੇ ਕੋਲ ਇਸ ਉਮਤ ਦੇ ਵਿਗੜੇ ਤਰੀਨ ਲੋਕ ਉਹ ਤੁਹਾਡੇ ਕੋਲ ਲੈ ਕੇ ਆਏ ਆ। ਇਸ ਬੰਦੇ ਦੇ ਨਾਲ ਤੁਸੀਂ ਇਹਦੀਆਂ ਗੱਲਾਂ ਬਾਤਾਂ ਸੁਣੋਗੇ, ਤੁਹਾਨੂੰ ਲੱਗ ਪਤਾ ਜਾਏਗਾ ਕਿ ਕਿਸ ਕਿਸਮ ਦੇ ਵਿਗੜੇ ਨੇ। ਇਹ ਪੂਰੇ ਦਾ ਪੂਰਾ ਇੱਕ ਗਰੋਹ ਹੈ, ਬਾਗੀ ਟੋਲਾ, ਠੀਕ ਹੈ। ਇਹਨਾਂ ਦੀ ਆਕੜ ਹੀ ਨਹੀਂ ਮੁੱਕਦੀ ਪਈ। ਇਹਨਾਂ ਨੇ ਇਹੋ ਜਿਹੇ ਆਕੜੇ ਨੇ ਸਾਰਿਆਂ ਤੋਂ ਪਹਿਲੇ ਜਿਸ ਟਾਈਮ ਇਹ ਮੁਸਲਮਾਨਾਂ ਦੇ ਘਰ ਪੈਦਾ ਹੋਏ, ਲੇਕਿਨ ਇਹਨਾਂ ਨੇ ਬਗਾਵਤ ਦਾ ਆਗਾਜ਼ ਆਪਣੇ ਸਕੂਲਾਂ ਤੋਂ, ਕਾਲਜਾਂ ਚੋਂ ਜਿਹੜੇ ਟੀਚਰ ਮਿਸਾਂ ਜੋ ਚੜੇ ਉਹਨਾਂ ਦੇ ਨਾਲ ਕਰਦਿਆਂ ਇਹਨਾਂ ਦਾ ਹੱਥ ਖੁੱਲਦਾ ਗਿਆ। ਇਹ ਫਿਰ ਜਨਾਬ ਆ ਕੇ ਤੇ ਆਪਣੇ ਮਾਂ ਪਿਓ ਨੂੰ ਪੈ ਗਏ। ਮਾਂ ਪਿਓ ਦੇ ਬਗਾਵਤ ਕਰਦਿਆਂ ਨਾ ਦਾਦਾ ਛੱਡਿਆ ਨਾ ਪਿਓ ਛੱਡਿਆ, ਸਾਰੇ ਪਾਸਿਓਂ ਜਨਾਬ ਜੀ ਬਗਾਵਤ ਕਰਦਿਆਂ, ਕਿਉਂਕਿ ਇਹਨਾਂ ਕੋਲ ਮਿਸ਼ਨ ਸਿਰਫ ਇੱਕ ਹੀ ਹੈ, ਬਹਿ ਕੇ ਤੇ ਵੇਲਿਆਂ ਬਸ ਸਵਾਲ ਕਰੀ ਆਓ। ਆਪਣੇ ਮਾਂ ਪਿਓ ਕੋਲੋਂ ਪੁੱਛਣ ਡੈ ਪਣ, ਬਈ ਸਾਡੇ ਕੋਲ ਪੁੱਛ ਕੇ ਜੰਮਿਆ ਸੀ, ਜੇ ਸਾਡੇ ਕੋਲ ਪਰਮਿਸ਼ਨ ਲੈਣਾ ਚਾਹੀਦਾ ਸੀ, ਪਹਿਲੇ ਅਸੀਂ ਤੁਹਾਨੂੰ ਆਂਦੇ ਕਿ ਸਾਡੇ ਕੋਲ ਅਸੀਂ ਮੋਹਰ ਔਰ ਸੈਨ ਅਸੀਂ ਤੁਹਾਨੂੰ ਕਰਕੇ ਦਿੰਦੇ ਤੇ ਫਿਰ ਤੁਸੀਂ ਸਾਨੂੰ ਜੰਮਦੇ, ਫਿਰ ਕੋਈ ਗੱਲ ਬਣਦੀ ਸੀ। ਉਹ ਸਾਰੀ ਕਰਦਿਆਂ ਬਗਾਵਤਾਂ ਕਰਦਿਆਂ ਔਰ ਇਹੋ ਜਿਹੇ ਬਾਗੀ ਹੋ ਗਏ ਕਿ ਮਾਲਕ ਕਾਇਨਾਤ ਇਹ ਅੱਲਾ ਦੇ ਉੱਤੇ ਹੀ ਸਵਾਲ ਜਨਾਬ ਇਹਨਾਂ ਨੇ ਚੁੱਕ ਕੇ ਔਰ ਗਿੱਠਾਂ ਨਾਪ ਕੇ, ਜਿੱਥੇ ਸਾਇੰਸ ਦੇ ਹਵਾਲੇ ਦੇਗਾ ਤੇ ਉੱਥੇ ਜਦੋਂ ਫਸਦਾ ਹੈ ਤੇ ਛਾਲ ਮਾਰ ਕੇ ਦੂਏ ਪਾਸੇ ਨਿਕਲ ਜਾਂਦਾ ਹੈ। ਉਹ ਇਹਦੇ ਤੁਸੀਂ ਮੁਖਤਲਿਫ ਲੋਕਾਂ ਦੇ ਨਾਲ ਬਹਿ ਕੇ ਨੇ ਜਿਸ ਟਾਈਮ ਗੱਲਾਂ ਬਾਤਾਂ ਕੀਤੀਆਂ ਨੇ, ਉੱਥੇ ਵੀ ਇਹਦਾ ਇਹੀ ਹਾਲ ਹੈ। ਔਰ ਇਹਨਾਂ ਦਾ ਕੋਈ ਉਹ ਪੰਜਾਬੀ ਚ ਜ਼ਰਾ ਭੈੜੀ ਜੀ ਗੱਲ ਬਣ ਜਾਂਦੀਆਂ ਨੇ, ਟਿੰਡ ਬੁੰਡ ਕੋਈ ਨਹੀਂ, ਠੀਕ ਹੈ ਨਾ। ਭੈੜੇ ਜੇ ਲੋਕ, ਇਹਨਾਂ ਕੋਲ ਕੀ ਇਹਨਾਂ ਦਾ ਕਰੀਏ। ਇਹ ਵੈਸੇ ਵੀ ਜਿਹੜਾ ਨਾ ਕੋਈ ਇਸਲਾਮ ਦੇ ਵਿੱਚ ਚਲੋ ਸੁੰਨੀ ਸ਼ੀਆ ਭਾਬੀ ਦਿਓਬੰਦੀ ਇਹਨਾਂ ਦੀ ਸਮਝ ਆਂਦੀ ਕਿ ਇਹਨਾਂ ਦੀ ਦੌੜ ਲੱਗੀ ਹੈ, ਲੇਕਿਨ ਕੁਝ ਵਿੱਚ ਇਹਨਾਂ ਦੇ ਇਖਤਲਾਫਾਤ ਮੌਜੂਦ ਨੇ। ਇਹ ਤੇ ਉਹ ਕਈ ਉਸ ਦੌੜ ਚੋਂ ਬਾਹਰ ਨੇ ਨਾ। ਉਹ ਜਿਹੜੇ 73 ਫਿਰਕੇ ਬਣਨੇ ਨੇ ਉਹਨਾਂ ਚੋਂ ਇੱਕ ਕਿਸੇ ਨੇ ਪਾਸ ਹੋਣਾ, ਇਹ ਇਸ ਦੌੜ ਚੋਂ ਹੀ ਬਿਲਕੁਲ ਬਾਹਰ ਨੇ। ਮੇਰੇ ਤੇ ਹਿਸਾਬ ਨਾਲ ਕੋਈ ਕਾਬਲੇ ਰਹਿਮ ਜੇ ਲੋਕ ਨੇ। ਲੱਲੂ ਕੁਮਾਰ ਕੰਪਨੀ ਹੈ ਜਿਹੜੀ ਹੈ, ਔਰ ਇਹ ਇਹਨਾਂ ਦਾ ਸਰਬਰਾਹ ਇਹ ਲੱਲੂ ਕੁਮਾਰ ਵੱਡਾ ਹੈ। ਅੱਜ ਇਹਨੂੰ ਜ਼ਰਾ ਸੁਣਨੇ ਆ, ਇਹ ਅੱਜ ਕਿਹੜੀਆਂ ਛੜੋਲਾਂ ਤੇ ਕਿਹੜੀਆਂ ਬੋਂਗੀਆਂ ਮਾਰਦਾ, ਆਪਣੇ ਨੂੰ ਫੁੱਲ ਸਾਇੰਸਦਾਨ ਬਣਿਆ ਔਰ ਡਿੰਗਾ ਜਿਹਾ ਮੂੰਹ ਕਰਕੇ ਬਹਿ ਜਾਏਗਾ, ਬੜਾ ਮੁਅੱਜ਼ਜ਼ ਆਦਮੀ ਬਣਨ ਦੀ ਕੋਸ਼ਿਸ਼ ਕਰਦਾ, ਲੇਕਿਨ ਜਿਹੜੇ ਸਿਆਣੇ ਬੰਦੇ ਨੇ ਇਹਨੂੰ ਚੈੱਕ ਕਰ ਜਾਣਗੇ। ਲਓ ਜੀ ਇਹਨੂੰ ਸੁਣਨੇ ਆ। आपने ये पर जरूर पढ़ा होगा कि बिग बैंग थ्योरी का क्लेम क्या है। तो हसन अला यारी साहब, बिग बैंग थ्योरी का क्लेम ये है कि ये जो टाइम और स्पेस हैं ये बिग बैंग के बाद वजूद में आए हैं, ठीक है। इस बिग बैंग से पहले टाइम और स्पेस एग्जिस्ट नहीं करते थे। इस बिग बैंग के नतीजे में टाइम और स्पेस जो है वजूद में आए हैं। तो अगर इस टाइम और स्पेस का जो यूनिवर्स है, अगर इसका कोई खालिक है तो उसे टाइम और स्पेस के बियॉन्ड होना चाहिए। और टाइम और स्पेस के बियॉन्ड कोई चीज कैसे एग्जिस्ट कर सकती है, ये साबित करने का बर्डन ऑफ प्रूफ जो है आपके ऊपर है। और अगर आप कहते हैं कि आपके खालिक कायनात ने इस कायनात को अपने इज़्न से खल्क किया है, तो मुझे ये समझाइए कि आपका खालिक कायनात अदम में कैसे एग्जिस्ट करता है और उसने इस कायनात को कैसे खल्क किया है, हसन अला यारी साहब। किसी शख्स ने पूछा किसी से कि पाकिस्तान के कायद जॉर्ज वाशिंगटन सऊदी अरब में डॉल्फिन की तरह वॉक क्यों नहीं करते थे, तो उसको यही कहेंगे कि भाई पाकिस्तान के फाउंडर जॉर्ज वाशिंगटन नहीं थे, मोहम्मद अली जिन्ना थे। जॉर्ज वाशिंगटन सऊदी अरब में नहीं थे, अमेरिका में थे। सऊदी अरब में डॉल्फिन ही नहीं होते और डॉल्फिन सहरा में नहीं होते और डॉल्फिन वॉक भी नहीं करते ना। आपके सवाल तो ऐसे ही हैं, लेकिन हम उसमें पहुंच जाएंगे इंशाअल्लाह तबारक व तआला। आपने कहा टाइम एंड स्पेस के बाहर, देखें आप अपने इल्हाद के लिए, एथियज्म के लिए दलील ला रहे हैं, और ये बहुत अहम बात है कि टाइम और स्पेस के बाहर कोई चीज एग्जिस्ट नहीं करता। तो आप कब गए टाइम और स्पेस के बाहर, वहां पे कोई चीज एग्जिस्ट नहीं करता, ठीक है ना। एक शख्स अंधा है, वो क्या उसको हक है वो कहे रेड क्या चीज है भाई, उसने जिंदगी में सुर्ख चीज को देखा नहीं है भाई, उसको कभी नजर ही नहीं आया कि रेड क्या होता है या ब्लू क्या होता है। तो आप कब गए भाई टाइम और स्पेस की बियॉन्ड, कि आपको पता हो कि टाइम और स्पेस के उसके पीछे कुछ है ही नहीं जी। और किस साइंटिस्ट ने कहा कि बिग बैंग से पहले कुछ नहीं था, ठीक है ना। अगर कोई साइंटिस्ट ये कह भी दे तो ये वो हम उससे पूछेंगे कि दलील दे दो भाई, ठीक है ना। बात यह है कि अगर कोई चीज उसका जिस्म नहीं है, अगर वो जिस्मानी नहीं है, अगर वो उसका मकान नहीं है, उसका जमान नहीं है, इन चीजों से मुबर्रा है, इन चीजों से पाक है, वो एग्जिस्ट ही नहीं करता। दलील क्या? बिस्मिल्लाह। जी सर, आपने मेरी बड़ी मुश्किल आसान कर दी है। आई वाज एक्सपेक्टिंग मोर टफर क्वेश्चंस, लेकिन आपने ये अपने अल्लाह मियाँ को एक गैर जिस्मानी वजूद करार दिया है और आपने कहा है कि एक गैर जिस्मानी वजूद के लिए जमान और मकान की जो शर्त है वो बिल्कुल भी जरूरी नहीं है। तो मुझे ये बताइएगा हसन अला यारी साहब, एक मैंने आपसे सवाल किया, क्वेश्चन इज माइन टू यू, आंसर माय क्वेश्चन प्लीज। मैंने इनको नहीं टोका ना यार, अब्बास हैदर साहब, इनको आई आस्क्ड यू अ क्वेश्चन।
Hassan Al-Ayari Sahab, I am responding to your arguments. Please do Okay, not I'm waiting for interrupt you. me. Please Don't have a ask me patience question. to listen Answer to my the other question. person the way I listen to you. मैं हसन अल्लाह यारी साहब आपसे सिर्फ ये पूछ रहा हूं कि जब आप ये कहते हैं कि आपका खालिक के कायनात एक गैर जिस्मानी वजूद रखता है और वो जमान और मकान से मावरा है, तो इस तरह मुझे ये बताइएगा कि आपका खालिक के कायनात ने एक गैर जिस्मानी वजूद रखते हुए इस जिस्मानी वजूद रखने वाली कायनात my को कैसे responsibility. वजूद बख्शा? That's my responsibility to prove that. जी जी And बताइए, I मुझे promised बताइए you. कि आपके और गैर मैंने जिस्मानी आपको खुदा promise ने किया है इस ना, जिस्मानी मैं promise कायनात मैंने को आप- कैसे वजूद बख्शा? जी हाँ, मैंने आपको प्रॉमिस किया कि मेरी जिम्मेदारी है कि मैं आपको देखें सर, पूरी मैंने करें क्या ना, कहा इनसे पूरी कई करें। मरतबा इनसे कह चुका हूं कि भाई क्रिएटर के सबूत के वजूद को साबित करना मेरा काम है और उसका अवसाफ साबित करना मेरा काम है। और आप ये सवाल कि उसने कैसे खल्क किया, यह भी मेरा जवाब देना मेरा काम है। लेकिन आपने एक क्लेम किया है, वो आपकी इल्हाद की दलील है। और मैं इसी बात की निशानदही के लिए कि मुल्हिद के पास न अक्ल है न दलील है, इसी बात के लिए निशानदही के लिए अर्ज कर रहा हूं कि इन्होंने क्या क्लेम यह किया कि टाइम एंड स्पेस की बियॉन्ड कोई चीज एग्जिस्ट नहीं करता। मैंने इनसे सवाल किया ना, सवाल ये समझ भी गए, इनका रंग भी उड़ गया है, जवाब नहीं दे रहा है। मैं अपना सवाल दोबारा आपसे तकरार कर रहा हूं। आपने जो सवाल किए वो मेरी जिम्मेदारी है। मैं आपको वादा देता हूं कि मैं जवाब दूंगा उनका। अगर मैं जवाब नहीं दे सका, लोग देखेंगे किसके पास जवाब नहीं है। लेकिन आपने जो क्लेम किया है कि टाइम एंड स्पेस के बाहर कोई चीज एग्जिस्ट नहीं करता, कब गए थे आप टाइम एंड स्पेस के बाहर? आप किस दलील के बिना पर कह रहे हैं? एक शख्स जो अंधा है वो कह सकता है कि रेड कलर नहीं है? अब अपनी बात का जवाब ले लीजिए ना। आप इस वक्त सुबह के 8:14 पर कैलिफोर्निया के अंदर बैठे हैं। अगर मैं आपकी स्पेस निकाल दूं तो आप एग्जिस्ट नहीं करते हैं। अगर मैं सुबह का टाइम निकाल दूं तो भी आप एग्जिस्ट नहीं करते हैं। ये बात इस दुनिया का हर साइंस का तालिब इल्म जानता है कि टाइम और स्पेस के बियॉन्ड जाना तो दूर की बात, टाइम और स्पेस के बियॉन्ड एग्जिस्टेंस को इमेजिन करना भी दुश्वार है, क्योंकि टाइम और स्पेस एग्जिस्टेंस के प्री रेक्विजिट्स हैं। हसन अल्लाह यारी साहब, इस बात को समझने की कोशिश कीजिए। लेकिन अगर आपका फर्जी खुदा जो है, जिसका जिस्मानी वजूद नहीं है, वो इस प्री रेक्विजिट से मावरा है, तो मुझे ये बताइएगा कि आपके गैर जिस्मानी खुदा ने इस कायनात के जिस्म को कैसे वजूद बख्शा? हसन अल्लाह यारी साहब, वेरी डायरेक्ट एंड पर्टिनेंट क्वेश्चन, एंड प्लीज ट्राई टू एड्रेस दिस क्वेश्चन which you are trying to skip again and again। ਮੇਰੇ ਦੋਸਤੋ, ਤੁਸਾਂ ਇਹ ਲੱਲੂ ਕੁਮਾਰ ਦੇ ਸਵਾਲਾਂ ਤੋਂ ਪਰੇਸ਼ਾਨ ਨਹੀਂ ਹੋਣਾ। ਇਹਦਾ ਕੋਈ ਜੈਨੂਇਨ ਜਿਹਾ ਮਸਲਾ ਹੈ। ਉਹ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਇਹ ਕਾਬਲੇ ਰਹਿਮ ਲੋਕ ਨੇ। ਐਕਚੁਅਲ ਇੰਜ ਹੈ ਕਿ ਇਹ ਕਾਬਲੇ ਰਹਿਮ ਜਿਹੜਾ ਮੈਂ ਤੁਹਾਨੂੰ ਆਖਿਆ ਹੈ, ਇਹ ਕਿਉਂਕਿ ਇਹਨਾਂ ਨੇ ਕੁਝ ਸੈਂਸੀ ਜਿਹੇ ਸਵਾਲਾਤ ਆਪਣੇ ਮਾਪਿਓ ਤੋਂ ਇਹਨਾਂ ਨੇ ਕਰ ਦਿੱਤੇ ਨੇ। ਇਹ ਸਾਰਿਆਂ ਤੋਂ ਪਹਿਲੇ ਤੇ ਪਰੇਸ਼ਾਨ ਇਸ ਗੱਲ ਤੋਂ ਨੇ, ਇਹਦੇ ਅੱਬੇ ਦੇ ਸਿਸਟਮ 'ਚ ਇਹ ਕਿੰਜ ਸੀ। ਇਹ ਜਿਸ ਟਾਈਮ ਉਹ ਫਿਰ ਸੋਚਣ ਦੇ ਲੱਗਾ, ਉਹਨਾਂ ਨੇ ਆਖਿਆ ਜਨਾਬ ਜੀ ਇਹ ਕੋਈ ਮਾਦਾ ਜਿਹਾ ਹੈ, ਮਾਦੇ ਦੇ ਵਿੱਚ ਤੁਸੀਂ, ਉਹ ਆਂਦਾ ਜੀ ਮਾਦੇ ਵਿੱਚ ਤੇ ਐਨੇ ਜ਼ਿਆਦਾ ਸਪਰਮ ਹੁੰਦੇ ਨੇ, ਉਹ ਸਪਰਮ 'ਚ ਮੈਂ ਕਿੱਥੇ ਸਾਂ। ਇਹਨੂੰ ਉਹ ਫਿਕਰ ਪਈ ਹੋਈ ਏ, ਸਿਰਫ ਐਨਕਾਂ ਲਾ ਕੇ ਇਹ ਢੂੰਡਦਾ ਹੈ ਉਹਨਾਂ ਕੀੜਿਆਂ ਦੇ ਵਿੱਚ ਮੈਂ ਕਿੱਥੇ ਸਾਂ, ਮੈਂ ਦੌੜ ਕੇ ਇੰਜ ਲਾਈਏ ਜਿਸ ਟਾਈਮ ਦਾਦੇ ਦੇ ਵਿੱਚ ਸਾਂ ਤੇ ਉਦੋਂ ਮੈਂ ਕਿੱਥੇ ਸਾਂ। ਉਹ ਸਾਰੀ ਖੋਜ ਇਹ ਸਾਰੀ ਉਹ ਕਰਨਾ ਚਾਹੁੰਦਾ। ਤੁਸੀਂ ਐਵੇਂ ਪਰੇਸ਼ਾਨ ਨਹੀਂ ਹੋਣਾ ਕਿ ਇਹ ਜਨਾਬ ਜੀ ਇੰਜ ਉਸਤਾਖ ਆਦਮੀ ਜਾਂ ਕੁਝ ਫਿਕਰ ਪੈ ਗਈ ਹੈ ਨਾ ਇੱਕਦਮ ਹੀ। ਹੁਣ ਕਿਸੇ ਬੰਦੇ ਨੂੰ ਪੈਸੇ ਕਮਾਉਣ ਦੀ ਫਿਕਰ ਪਈ ਹੁੰਦੀ ਹੈ, ਕਿਸੇ ਬੰਦੇ ਨੂੰ ਮਈਆਂ ਖਰੀਦਣ ਦੀ ਫਿਕਰ ਪਈ ਹੁੰਦੀ ਹੈ, ਕਈਆਂ ਨੂੰ ਘਰ ਬਣਾਉਣ ਦੀ, ਕੋਈ ਗੱਡੀਆਂ ਇਕੱਠੀਆਂ ਕਰਨ ਦੀ। ਇਹਨੂੰ ਇਹ ਫਿਕਰ ਪੈ ਗਈ ਕਿ ਮੈਂ ਦਾਦੇ ਦੇ ਸਿਸਟਮ ਦੇ ਵਿੱਚ ਮੇਰਾ ਪਿਓ ਕਿੱਥੇ ਸੀ ਤੇ ਫਿਰ ਮੈਂ ਕਿੱਥੇ ਸਾਂ। ਤੇ ਜਿਸ ਟਾਈਮ ਲੱਲੂ ਕੁਮਾਰ ਆਪਣੇ ਆਪ ਨੂੰ ਢੂੰਡਦੇ ਆ, ਫਿਰ ਅੱਬੇ ਦੇ ਸਿਸਟਮ ਦੇ ਵਿੱਚ ਵੜਨਾ ਚਾਹੁੰਦਾ ਹੈ, ਉੱਥੋਂ ਸਿਰਫ ਤੱਕਣਾ ਚਾਹੁੰਦਾ ਹੈ ਕਿ ਫਿਰ ਮੈਂ ਦੌੜ ਲਾ ਕੇ ਤੇ ਫਿਰ ਮੈਂ ਕਿੱਥੇ ਪਹੁੰਚਿਆ ਸਾਂ, ਹੋਇਆ ਕੀ ਸੀ। ਉਹ ਸਾਰੀ ਵੀਡੀਓ ਦੇ ਤੌਰ ਤੇ ਆਂਦਾ ਕਿ ਮੈਨੂੰ ਕੋਈ ਲੱਭ ਜਾਏ ਜਾਂ ਫਿਰ ਮੈਨੂੰ ਪ੍ਰੈਕਟੀਕਲ ਜਿਹਾ ਇੰਜ ਮੇਰੇ ਸਾਹਮਣੇ ਮੈਨੂੰ ਪਤਾ ਚੱਲੇ ਕਿ ਮੈਂ ਪਹੁੰਚਿਆ ਕਿੰਜ ਆ। ਉਹ ਆਪਣੀ ਖੋਜ ਕਰਨਾ ਚਾਹੁੰਦਾ। ਹਰ ਬੰਦਾ ਦੇਖੋ ਨਾ, ਉਹ ਪਛਾਣ ਬਣਾਉਂਦਾ, ਨਾ ਬਣਾਉਂਦਾ। ਕੋਈ ਸ਼ਿਮਲੇ ਵਾਲੀ ਜਨਾਬ ਜੀ ਉਹ ਪਾਉਂਦਾ ਹੈ, ਜਨਾਬ ਜੀ ਵੱਡੇ ਵੱਡੇ ਸ਼ਿਮਲੇ ਪੱਗ ਸ਼ਗ ਇਹੋ ਜੀ ਪਾਉਂਦਾ, ਸ਼ਿਮਲਾ ਉੱਚਾ ਹੋਵੇ, ਵੱਡੀਆਂ ਗੱਡੀਆਂ ਰੱਖਦੇ ਨੇ। ਉਹ ਮੁਖਤਲਿਫ ਲੋਕਾਂ ਦੇ ਸ਼ੌਕ ਨੇ। ਕਈ ਕਰੰਡੀ ਦੇ ਸੂਟ ਪਾਉਂਦੇ ਨੇ, ਕਈ ਕੇਟੀ ਦੇ ਸੂਟ ਪਾਉਂਦੇ ਨੇ, ਕਈ ਨੇ ਲੱਠਾ ਪਾਣਾ ਹੁੰਦਾ। ਉਹ ਹਰ ਬੰਦਾ ਜਨਾਬ ਜੀ ਥੱਲੇ ਜਨਾਬ ਜੀ ਕਈਆਂ ਨੇ ਖੇੜੀਆਂ ਪਾਣੀਆਂ ਹੁੰਦੀਆਂ ਨੇ, ਕਈਆਂ ਨੇ ਖੁੱਸੇ ਪਾਣੇ ਹੁੰਦੇ ਨੇ, ਕਈ ਚੁੰਝ ਵਾਲੇ ਬੂਟ ਜਿਹੜੇ ਨੇ ਨਾ ਉਹ ਪਾ ਲੈਂਦੇ ਨੇ। ਲੇਕਿਨ ਇਸ ਬੰਦੇ ਦਾ ਕੋਈ ਜੈਨੂਇਨ ਜਿਹਾ ਮਸਲਾ ਹੈ ਯਾਰ। ਤੁਸੀਂ ਇੱਕਦਮ ਹੀ ਨਾ ਇਹਦੇ ਖੱਤੇ ਨਾ ਚੜ ਜਾਓ। ਤੁਸੀਂ ਇੰਜ ਮਾਂ ਭੈਣ ਦੀਆਂ ਅੰਦਰੋਂ ਅੰਦਰ ਕੋਈ ਬੰਦਾ ਜਜ਼ਬਾਤੀ ਹੋ ਕੇ ਪੇ ਗਲ ਇੰਜ ਨਹੀਂ ਕਰਨਾ। ਉਹ ਬੰਦਾ ਸਿਰਫ ਖੋਜ ਕਰਨ ਡਿਆ ਕਿ ਯਾਰ ਉਹ ਜਿਹੜੇ ਸਪਰਮ ਸਨ ਨਾ, ਉਹਨਾਂ ਦੇ ਵਿੱਚ ਇਹ ਕਿੱਥੇ ਸੀ। ਉਦੋਂ ਇਹਨੇ ਐਨਕਾਂ ਪਾਈਆਂ ਸਨ, ਨਹੀਂ ਸਨ ਪਾਈਆਂ, ਉਦੋਂ ਕਿਹੜਾ ਗਲਾਫ ਸੀ, ਕਿੰਜੇ ਦੌੜ ਨੇ ਲਾਈਏ, ਔਰ ਉਹ ਜਨਾਬ ਖੁਰਦਬੀਨਾ ਇਹਨੇ ਰੱਖੀਆਂ ਨੇ। ਇਹ ਜ਼ਾਹਿਰ ਹੈ ਮਾਂ ਪਿਓ ਦੇ ਨਾਲ ਕਈ ਦਫਾ ਹੱਥੀ ਪੈ ਚੁੱਕਿਆ ਹੋਏਗਾ ਔਰ ਉਹਨਾਂ ਨੂੰ ਆਂਦਾ ਹੋਣਾ, ਉਹਨੂੰ ਦੱਸੋ ਸਹੀ ਨਾ, ਉਹ ਉਦੋਂ ਦੀ ਕੋਈ ਵੀਡੀਓ ਉਹਨਾਂ ਨੇ ਬਣਾ ਕੇ ਰੱਖੀ। ਉਹ ਆਂਦਾ ਜੀ ਮੈਂ ਕਿੱਥੋਂ ਟਰੈਵਲ ਕਰਕੇ ਗਿਆ। ਇਹ ਸਾਰੀ ਇਹ ਖੋਜ ਕਰਨਾ ਚਾਹੁੰਦਾ। ਤੁਸੀਂ ਹਾਲੇ ਵੀ ਇਹਨੇ ਅੱਗੇ ਤੁਸੀਂ ਤੱਕੋ ਸਹੀ, ਤੁਹਾਡਾ ਦਿਲ ਹੋਏਗਾ ਕਿ ਜੀ ਅੱਗੇ ਇਹਨੇ ਕੋਈ ਸਿੱਧੀ ਕੋਈ ਗੱਲ ਕੀਤੀ ਨਾ। ਉਹ ਜਿਹੜਾ ਸਵਾਲ ਭਵੇਂ ਵਾਲਾ ਯਾਰੀ ਪੁੱਛੇਗਾ, ਉਹਦਾ ਜਵਾਬ ਇਹਨੇ ਆਪਣੀ ਮਰਜ਼ੀ ਨਾਲ ਦੇਣਾ, ਕਿਉਂਕਿ ਅਸਲ ਵਿੱਚ ਇਹ ਸਵਾਲ ਜਿਹੜੇ ਸਾਹਮਣੇ ਕਰਦਾ ਇਹ ਤੁਹਾਨੂੰ ਅਲੱਗ ਨਜ਼ਰ ਆਉਂਦੇ ਨੇ। ਇਹਨਾਂ ਨੂੰ ਤੁਸੀਂ ਬੁਰਾ ਨਹੀਂ ਬਣਾਉਣਾ। ਇਹ ਅਸਲ 'ਚ ਇਹਦੇ ਅੰਦਰ ਆਪਣੀ ਖੋਜ ਹੈ ਔਰ
ਮੇਰੇ ਹਿਸਾਬ ਨਾਲ ਇਸ ਖੋਜ ਵਿੱਚ ਇਹ ਡੁੱਬਿਆ ਹੋਇਆ। ਹੁਣ ਦੱਸੋ ਇਹੋ ਜਿਹੇ ਨੂੰ ਮੈਂ ਕਾਬਲੇ ਰਹਿਮ ਤਾਂ ਹੀ ਆਖਿਆ ਨਾ, ਇਹ ਉਹ ਸਵਾਲ ਆਪਣੇ ਮਾਪਿਓ ਤੋਂ ਵੀ ਕਰ ਬੈਠਾ ਹੈ ਕਿ ਜਿਹੜੇ ਮੇਰੇ ਹਿਸਾਬ ਨਾਲ ਨਹੀਂ ਕਰਨੇ। ਹੁਣ ਤੁਸੀਂ ਜਿਹੜੇ ਸਿਆਣੇ ਬਿਆਣੇ ਲੋਕ ਆਪਣੀ ਆਪਣੀ ਜਗ੍ਹਾ ਤੇ ਸੋਚੋ, ਤੁਹਾਨੂੰ ਸਮਝ ਆਵੇ ਕਿ ਇਹਨੂੰ ਅਗਰ ਇਹ ਫਿਕਰ ਪੈ ਗਈ ਹੈ ਤੇ ਹੁਣ ਫਿਰ ਜ਼ਾਹਿਰ ਹੈ ਫਿਰ ਉਹਨਾਂ ਦੀ ਦਿਮਾਗੀ ਹਾਲਤ ਤੁਹਾਨੂੰ ਫਿਰ ਸਮਝ ਆਂਦੀ ਹੈ ਬਈ। ਹੁਣ ਤੁਸੀਂ ਗੌਰ ਨਾਲ ਸੁਣੋ, ਅੱਗੋਂ ਹੁਣ ਐਵੇਂ ਗਾਲਾਂ ਨਾ ਕੱਢੋ ਤੁਸੀਂ, ਤੁਹਾਡੀ ਮਿਹਰਬਾਨੀ। ਇਹਨੂੰ ਜ਼ਰਾ ਗੌਰ ਨਾਲ ਸੁਣੋ, ਇਹਦੇ ਵਿਚਾਰੇ ਕਿੰਨੇ ਵੱਡੀ ਇਹ ਬਿਮਾਰੀ ਵਿੱਚ ਮੁਬਤਲਾ ਹੈ, ਕੈਂਸਰ ਦਾ ਫਿਰ ਕਿਧਰੇ ਇਲਾਜ ਹੋ ਜਾਏਗਾ, ਇਹਦਾ ਇਲਾਜ ਹੁਣ किथों होना है? अवेश भाई, आप मैंने आपको बार बार वादा दिया है कि मैं आपके सवाल का जवाब दूंगा, आप मेरे सवाल का जवाब दे बात हो रही है। देखें, ये मुल्हिद हैं, ये कहते हैं कि अल्लाह एग्जिस्ट इसलिए नहीं करता कि टाइम एंड स्पेस के बाहर कोई चीज एग्जिस्ट नहीं करता। मैंने सवाल किया कि आपकी दलील क्या है, वो दलील ये देते हैं कि हसन अल्लाह यारी, अब मैं आपका जिस्म खत्म कर दूं, मैं आपका जिस्म आपसे हज़्फ, आपके जिस्म बॉडी ना हो तो आप एग्जिस्ट नहीं करेंगे। बिल्कुल आप इनकी बात सही है। अगर मैं, क्योंकि मैं मुझे जगह की जरूरत है, आई एम अ फिजिकल बीइंग, मैं एक जिस्म हूं। अगर मेरे लिए मकान नहीं होगा, स्पेस नहीं होगा, तो मेरा एग्जिस्टेंस नामुमकिन है। ठीक है ना? जो भी जिस्मानी अशिया हैं उनके लिए स्पेस की जरूरत है, उनके लिए टाइम की जरूरत है। टाइम और स्पेस अगर ना हो तो वो एग्जिस्ट नहीं करेंगे। बिल्कुल आपकी बात सही है, लेकिन हम बात कर रहे हैं बियॉन्ड टाइम एंड स्पेस की। हम फिजिकल रियल में बात ही नहीं कर रहे मेरे भाई। आपको समझ आ रही है ना? आप अगर मैं कह दूं कि भाई टॉलर्स डोंट स्पीक चाइनीज, टॉलर्स डोंट स्पीक चाइनीज, गुड, and Gujaratis don't speak Chinese. Okay, Gujaratis are toddlers? No, Gujaratis, I will not prove that Gujaratis are toddlers. आपने जो मिसाल दिया है कि भाई हसन अल्लाह यारी फलान फलान चीजें, आपके जितने साइंटिस्ट हैं इन्होंने जिन चीजों को ऑब्जर्व किया है वो सिर्फ फिजिकल बीइंग्स है। जिस्मानी चीजों को उन्होंने ऑब्जर्व किया है। जिस्मानी चीज का शर्त यही है कि उसके लिए टाइम और स्पेस हो। अगर उसको आप रिमूव कर रहे हैं तो वो एग्जिस्ट नहीं करेंगे सब। लेकिन आप इसके बियॉन्ड एक दूसरी वर्ल्ड की बात कर रहे हैं, ठीक है ना, बियॉन्ड टाइम एंड स्पेस की बात कर रहे हैं। तो आप मुझे बताएं कि आपने क्लेम कैसे किया कि बियॉन्ड टाइम एंड स्पेस कोई चीज एग्जिस्ट नहीं कर सकता? कहां से आपको पता चल गया? आपने जो मिसालें दी हैं, it doesn't substantiate your point. अवेश भाई वो बात मुकम्मल कर लें। जी, मुझे हसन अल्लाह यारी साहब के ही इज वेरी ऑनेस्ट पर्सन, और मुझे लगता है कि वो जिन चीजों को दुरुस्त समझते हैं वो उस चीज का असबात भी करते हैं। दैट्स वेरी गुड पार्ट ऑफ हिम। और उन्होंने ये बात बिल्कुल ठीक की है कि जो फिजिकल बीइंग्स होती हैं उनके लिए टाइम और स्पेस की शर्त होती है, और इनका जो खुदा है वो एक फिजिकल बीइंग नहीं है, तो वो टाइम और स्पेस के बियॉन्ड एग्जिस्ट कर सकता है। ये इनकी एक स्पेकुलेशन है। I didn't say that. Don't put words into my mouth. I did not say that. हसन अल्लाह यारी साहब, प्लीज हैव पेशेंस टू लिसन टू अदर्स। मैं आपको नहीं टोकूंगा, मेरा आपसे वादा है। आप मुझे जब इजाजत देंगे मैं quote me, please quote me honestly हसन अल्लाह यारी साहब, मैं आपसे इत्तफाक करता हूं कि फिजिकल बीइंग्स के लिए टाइम और स्पेस की शर्त है। मैं आपसे बिल्कुल एग्री करता हूं, और यही हमारा मुद्दा है कि आपकी जो मेटाफिजिकल एंटिटी है जिसको आप गॉड कहते हैं, उस मेटाफिजिकल एंटिटी ने इस फिजिकल वर्ल्ड को वजूद कैसे बख्शा? हसन अल्लाह यारी Okay, that's my देखें, हर क्लेम के लिए उसकी प्रूफ होती है, ठीक है ना? आपने जो क्लेम किया है आप कह रहे हैं कि मेटाफिजिकल ने इसमें फिजिकल वर्ल्ड को कैसे वजूद बख्शा। मैंने आपको कितनी दफा वादा दिया कि भाई ये मेरी जिम्मेदारी है कि मैं इसको आपको दलील दूं और सबको काने कर दूं, ठीक है ना? मैं अपना दलील दे दूंगा। इनको बार बार कह दिया, लेकिन आपने जो खुदा के ना होने पर एक दफा फिर कहता हूं, लोगों देख लें कि इसने कहा कि खुदा इसलिए नहीं है इस वर्ल्ड का क्रिएटर, इसलिए कि बियॉन्ड टाइम स्पेस कोई चीज ही नहीं। हमने 10 मरतबा इनसे सवाल, बल्कि 3-4 दफा, 10 मरतबा नहीं, इनसे अपना क्वेश्चन रिपीट किया कि आपके पास दलील क्या है? दलील कुछ भी नहीं इसके पास, कि टाइम एंड स्पेस के बियॉन्ड कुछ हो ही नहीं सकता। ये दलील किसने दिया? कहां का अक्ल ये कह रही है? आपके पास क्या दलील है? प्लीज एनलाइटन अस सर, हमें समझा दीजिए। हसन अल्लाह यारी साहब, मैंने तो ये बात इसको मैंने तस्लीम किया है कि टाइम और स्पेस के बियॉन्ड कोई चीज एग्जिस्ट नहीं कर सकती है। आप शायद मेरी बात हम आपसे प्रूफ मांग रहे हैं। हसन अल्लाह यारी साहब, बीच में ये आपका ये जनरल स्ट्रीम नहीं चल रही है। यहाँ पर 1-2 इक्वल गेस्ट बैठे हुए हैं। मेरी बात को समझने की कोशिश करें, और अगर आप जानबूझ के मेरे सवाल को स्किप कर रहे हैं तो मैं आपकी मजबूरी समझ सकता हूं कि मुझे हसन अल्लाह यारी साहब, मुझे ये बताइएगा कि आपने अब ये तस्लीम कर लिया है कि आपका जो गॉड है वो एक मेटाफिजिकल एंटिटी है, ठीक है, वो इस फिजिकल रैम से बियॉन्ड है। तो मुझे ये बताइएगा कि मेरे लिए किसी मेटाफिजिकल एंटिटी की एग्जिस्टेंस को समझना सख्त दुश्वार है, और उससे भी ज्यादा दुश्वार मेरे लिए ये है कि आपकी जो मेटाफिजिकल एंटिटी है जिसको आप गॉड कहते हैं, उसने इस फिजिकल वर्ल्ड को
अदम में रहते हुए वजूद कैसे बख्शा और उसने इस फिजिकल यूनिवर्स को बनाने के लिए रॉ मटेरियल्स कहां से हासिल किए? हसन अला यारी साहब आंसर करें। ये मेरी ड्यूटी है कि मैं इसका जवाब दे दूं। बहरहाल आप लोगों ने देखा कि इसने आखिर में, पहले में तो इसने ये कहा था कि मैं टाइम स्पेस के बयान कुछ कोई चीज वजूद नहीं रखता। अब इसने अपना स्टैंड चेंज किया, कहता है मुझे समझ नहीं नहीं रखती नहीं अवेश भाई उन्हें बात मैंने कहा अवेश भाई मैंने आपको म्यूट कर दिया, प्लीज उन्हें बात करने दीजिए। तो इन दो बातों में बड़ा फर्क है, ठीक है ना। क्या आपका क्लेम यह है कि जिस्मानी दुनिया के बाहर कुछ भी नहीं है? जो भी है वो जिस्मानी है, जो भी है फिजिकल है, इसके बाहर कुछ भी नहीं है। एक इद्दा यह है, एक इद्दा यह है कि मुझे समझ नहीं आती। यह बहुत अच्छी इद्दा है। जो शख्स कहता है मुझे समझ नहीं आती, मुझे पता नहीं है, उससे दलील का मुतालबा नहीं किया जाता, ठीक है ना। अगर अभी मैं कह दूं कि इंटेलिजेंट लाइफ आउटर स्पेस में नहीं है, नामुमकिन है, तो सब लोग मुझसे पूछेंगे कि भाई आपकी दलील क्या है कि इंटेलिजेंट लाइफ स्पेस में क्यों नहीं है? आप स्पेस इतना बड़ा है, फजा इतनी वसी है, तो आप क्यों कहते हैं? तो बिल्कुल आप मुझसे दावा कर सकते हैं, लेकिन अगर तो दलील को मुझे प्रोड्यूस करना पड़ेगा कि क्यों इंटेलिजेंट लाइफ स्पेस में नामुमकिन है। अगर मैं ये कहूं कि भाई मुझे समझ ही नहीं आती कि इंटेलिजेंट लाइफ वहां पे कैसे रह सकता है, ठीक है ना, मुझे नहीं पता ये है या नहीं है, तो बिल्कुल फिर देयर इज नो बर्डन ऑफ प्रूफ ऑन मी, तो देन आई डोंट हैव टू प्रूव एनीथिंग। नाउ मिस्टर ओवैस साहब अपने इल्हाद के दलील बार बार हमने इनसे मांगा है। देखें, ये मेरी जिम्मेदारी है कि मैं साबित करूं कि इस वर्ल्ड के क्रिएटर का और क्यों वो जिस्मानी कर लेंगे ना भाई, कर लेंगे लॉजिकल सीक्वेंस। ਇਹ ਲਓ ਜੀ ਦੋਸਤੋ, ਹੁਣ ਮੈਂ ਜਿਹੜੇ ਸਾਹਿਬੇ ਅਕਲ ਨੇ, ਜਿਹੜੇ ਬੜੇ ਗੌਰ ਨਾਲ ਇਹਨੂੰ ਸੁਣਨ ਡੇ ਸਨ, ਮੈਂ ਉਹਨਾਂ ਨਾਲ ਇਸ ਟਾਈਮ ਮੁਖਾਤਬ ਹਾਂ, ਠੀਕ ਹੈ। ਉਹ ਵਜ਼ਾਰੇ ਗੌਰ ਨਾਲ ਸੁਣ, ਇਹ ਥੇ ਹੁਣ ਇਹਨੇ ਜੁਮਲਾ ਕੀ ਆਖਿਆ ਤੇ ਨਾਲ ਮੁਸਕਰਾਣ ਡੇ ਹੈ ਆਂਦਾ ਕਰੇ ਨਾ ਹੈ। ਉਹ ਹੁਣ ਮਤਲਬ ਤੁਸੀਂ ਸਮਝਦੇ ਹੋ ਪਿਆ ਇਸ ਗੱਲ ਨੂੰ? ਇਹ ਜਿਹੜੀਆਂ ਆ ਕੇ ਗੱਲਾਂ ਕਰਦਾ ਨਾ ਪਿਆ, ਆਂਦਾ ਪਿਆ ਜੀ ਕਿ ਉਹ ਬਿਗ ਬੈਂਗ ਥਿਊਰੀ ਉਹ ਟਾਈਮ ਸਪੇਸ ਦੀ ਗੱਲ ਕਰਦਾ ਹੈ। ਉਹ ਬਿਗ ਬੈਂਗ ਉਹ ਜਿਹੜਾ ਨਾ ਜਾਂਦੇ ਨੇ ਭੂਨ ਪਟਾਕਾ ਕੇ ਚੱਲਿਆ, ਧੜਲ ਹੋਇਆ ਜਨਾਬ ਜੀ, ਉਹਦੇ ਨਾਲ ਜਨਾਬ ਜੀ ਸਾਰਾ ਕੁਝ ਇਹ ਦੁਨੀਆ ਬਣ ਗਈ, ਹਰ ਸ਼ੈ ਬਣ ਗਈ ਹੈ ਤੇ ਬਸ ਬੂਟੇ ਉਗਣ ਲੱਗ ਪਏ ਤੇ ਜਨਾਬ ਜੀ ਹਰ ਪਾਸੇ ਜਾਨਵਰ ਜਿਹੜੇ ਨੇ ਬਣਨ ਲੱਗ ਪਏ, ਇਨਸਾਨ ਬਣਨ ਲੱਗ ਪਏ। ਇਹ ਕੋਈ ਇਹੋ ਜਿਹੀਆਂ ਦੀ ਸੋਚ ਵਿਚਾਰ ਹੈ। ਤੁਸੀਂ ਉਧਰ ਇਹਦਾ ਧਿਆਨ ਨਾ ਕਰੋ ਕਿ ਇਹ ਸਵਾਲ ਕੀ ਪਿਆ ਕਰਦਾ। ਜਿਹੜੇ ਗਾਲਾਂ ਕੱਢਣ ਡੇ ਨੇ, ਮੈਂ ਉਹਨਾਂ ਨਾਲ ਵੀ ਨਹੀਂ, ਉਹ ਉਹਨਾਂ ਤੇ ਸਾਰਾ ਜ਼ੋਰ ਹੀ ਉਧਰ ਲਾ ਦਿੱਤਾ। ਹੁਣ ਤੁਸੀਂ ਇਹ ਸੋਚੋ ਸੀ ਇਹਨੇ ਆਖਿਆ ਕੀ ਤੇ ਨਾਲ ਕੋਈ ਮੁਸਕਦਾ ਪਿਆ ਵਿੱਚ। ਜਿਸ ਤਰ੍ਹਾਂ ਹੁੰਦਾ ਹੈ ਨਾ ਕਿ ਇਹ ਹੁਣ ਜਿਸ ਤਰ੍ਹਾਂ ਇਹਨੇ ਸਾਰਾ ਕੁਝ ਇਹ ਖਿਲਾਰਿਆ ਹੈ ਨਾ ਕਿ ਬਿਗ ਬੈਂਗ ਥਿਊਰੀ, ਟਾਈਮ ਸਪੇਸ, ਉਹਦੇ ਬਿਹਾਈਂਡ ਕੁਝ ਹੁੰਦਾ ਹੈ ਜੀ, ਉਹ ਹੋ ਹੀ ਨਹੀਂ ਸਕਦਾ ਹੈ। ਇਹ ਐਵੇਂ ਇਹਨੇ ਸਾਰਾ ਡਿਸਪਲੇ 'ਚ ਨਾ ਸਾਹਮਣੇ ਸ਼ੈਵਾਂ ਇਹ ਲਾਈਆਂ ਨੇ ਤੇ ਅੰਦਰ ਇਹਦੀ ਵਾਰਦਾਤ ਕੁਝ ਹੋਰ ਹੈ। ਕਰੀ ਨਾ ਉਹ ਜਿਹੜਾ ਆਂਦਾ ਹੈ ਉਹ ਤੁਸੀਂ ਇਹਦੇ ਤੇ ਤੁਸੀਂ ਇਹਨੂੰ ਤੁਸੀਂ ਫਿਰ ਗੌਰ ਨਾਲ ਤੁਸੀਂ ਸੁਣੋਗੇ, ਤੁਹਾਨੂੰ ਸਮਝ ਆ ਜਾਏਗੀ ਕਿ ਇਹ ਟੀਮ ਕਿਹੋ ਜਿਹੀ ਹੈ। ਲੱਲੂ ਕੁਮਾਰ ਮੈਂ ਐਵੇਂ ਨਹੀਂ ਆਂਦਾ ਪਿਆ, ਜ਼ਿਹਨੀ ਮਰੀਜ਼ ਲੋਕ ਹੁੰਦੇ ਨੇ। ਇਹ ਅਸਲ ਵਿੱਚ ਆਪਣਾ ਇਹ ਬੈਟਰੀਆਂ ਚਾਰਜ ਕਰਾਉਣ ਵਾਲੀ ਕੋਈ ਕੰਪਨੀ ਕੋਈ ਇਹੋ ਜਿਹੀ ਇਹਨਾਂ ਦਾ ਕੋਈ ਸਿਲਸਿਲਾ ਹੁੰਦਾ ਹੈ। ਤੁਸੀਂ ਇੱਧਰ ਜ਼ਰਾ ਗੌਰ ਨਾਲ ਤਵੱਜੋ ਦੇ ਨਾਲ ਤੁਸੀਂ ਸੁਣੋਗੇ, ਤੁਸੀਂ ਵੇਖੋ ਸਹੀ ਨਾ ਜਿਹੜੇ ਵਾਰਦਾਤੀਏ ਲੋਕ ਹੁੰਦੇ ਨੇ ਨਾ। ਹੁਣ ਤੁਹਾਨੂੰ ਮਿਸਾਲ ਮੈਂ ਕੀ ਦਿਆਂ, ਤੁਹਾਨੂੰ ਟਮਾਟਰਾਂ ਵਾਲੀ ਦੀ ਮੈਂ ਨਹੀਂ ਮਿਸਾਲ ਦਿੰਦਾ, ਦਵਾਣਿਆਂ ਦੀ, ਔਰ ਤਰੱਕੇ ਕਿੰਝ ਵੇਚ ਲੈਂਦੇ। ਮੌਲਵੀ ਜਿਸ ਤਰ੍ਹਾਂ ਤੁਹਾਨੂੰ ਦੱਸਣਾ ਕਿ ਮੌਲਵੀ ਸਾਹਿਬ ਜਿਹੜੇ ਵੀ ਨੇ ਨਾ, ਤੁਸੀਂ ਉਹ ਵੇਖੋਗੇ ਜਿਹੜੇ ਵਾਰਦਾਤ ਜਿਹਨਾਂ ਨੇ ਕਰਨੀ ਹੁੰਦੀ ਹੈ, ਉਹਨਾਂ ਨੇ ਬਿਹਤਰੀਨ, ਉਹਨਾਂ ਨੇ ਸੁਨਨਤ ਤੇ ਰਸੂਲ ਰੱਖੀ ਹੁੰਦੀ ਹੈ, ਲਾਇਸੈਂਸ ਉਹਨਾਂ ਨੇ ਆਪਣੇ ਦੇਖੋ ਨਾ। ਮੈਂ ਇਸ ਲਈ ਉਹਨਾਂ ਨੂੰ ਆਨਾ ਪਿਆ ਲਾਇਸੈਂਸ ਔਰ ਇਹ ਉਹ, ਕਿਉਂਕਿ ਉਹਨਾਂ ਨੇ ਜਦੋਂ ਵਾਰਦਾਤ ਜੇ ਕਰਨੀ ਹੈ, ਜਿਹੜਾ ਬੰਦਾ ਰਸਾਲਤ ਮਾਫ ਸੱਲੱਲਾਹੁ ਅਲੈਹਿ ਵਸੱਲਮ ਦੀ ਸੁਨਨਤ ਤੇ ਚੱਲਦਾ, ਉਹਦੇ ਤੇ ਖੁਦਾ ਖੌਫੀ ਹੁੰਦੀ, ਉਹ ਕਦੇ ਕਰ ਹੀ ਨਹੀਂ ਸਕਦਾ। ਉਹ ਇੱਕ ਨੰਬਰ ਕੰਮ ਹੈ। ਤੇ ਇੰਜ ਸਿੱਖਾਂ ਨੇ ਵੀ ਰੱਖੀਆਂ ਤੇ ਉਹ ਇੰਜ ਸਿੱਖਾਂ ਵਰਗੋਂ ਉਹਨਾਂ ਨੇ ਸਾਰਾ ਕੁਝ ਆਪਣਾ ਡਿਸਪਲੇ ਉਹਨਾਂ ਨੇ ਬਣੂ ਕੇ ਉਹਨਾਂ ਨੇ ਪੂਰਾ, ਉਹਨਾਂ ਨੇ ਜਨਾਬ ਜੀ ਬੁਖਾਰੀ, ਮੁਸਲਿਮ, ਇਹ ਉਹ ਸਾਰੀਆਂ ਕਿਤਾਬਾਂ ਉਹਨਾਂ ਨੇ ਸਿੱਧੀਆਂ ਕੀਤੀਆਂ ਹੁੰਦੀਆਂ ਨੇ, ਕੁਰਾਨ ਪਾਕ ਦੀਆਂ ਤਲਾਵਤਾਂ ਕਰਦੇ ਹੁੰਦੇ ਨੇ। ਤੇ ਜੈਸੀ ਉਹਨੂੰ ਤੁਸੀਂ ਬੱਚਾ ਪੜ੍ਹਾਉਣ ਲਈ ਤੁਸੀਂ ਆਪਣਾ ਭੇਜ ਦਿੱਤਾ, ਲਓ ਉਹ ਤੁਹਾਨੂੰ ਜਿਹੜਾ ਆਏ ਦਿਨ ਅਖਬਾਰਾਂ 'ਚ ਝਗੜ ਪਿੱਛੇ ਉਹ ਜਿਹੜੀ ਵਾਰਦਾਤ ਪੈਂਦੀ ਹੈ ਨਾ, ਇਹ ਵੀ ਉਹਦੇ ਨਾਲ ਦੇ ਡਿਸਪਲੇ 'ਚ ਇਹਨੇ ਬਾਕੀ ਲਾਇਆ ਜੀ, ਬਿਗ ਬੈਂਗ ਥਿਊਰੀ ਲਾਈ ਹੈ ਔਰ ਜਨਾਬ ਜੀ ਟਾਈਮ ਸਪੇਸ। ਔਰ ਤੁਹਾਨੂੰ ਲੱਗਦਾ ਬਹੁਤ ਜਨਾਬ ਜੀ ਜੀਨੀਅਸ ਆਦਮੀ, ਇਹੋ ਜਿਹੇ ਜਨਾਬ ਜੀ ਜਿਸ ਟਾਈਮ ਪੋਤਾ ਇਹਨਾਂ ਦਾ ਦਿਮਾਗ ਚੱਲਣ ਲੱਗ ਪੈਂਦਾ, ਫਿਰ ਉੱਕਾ ਹੀ ਚੱਲ ਜਾਂਦਾ। ਚੱਲਣ ਤੋਂ ਬਾਅਦ ਫਿਰ ਇਹ ਫਿਰ ਨਾਲ ਬੈਟਰੀ ਚਾਰਜ ਕਰਾਉਣ ਲਈ ਮੀਡੀਆ ਤੇ ਬਹਿ ਕੇ ਉਹਨਾਂ ਦੇ ਵਿੱਚ ਕਰੇ ਨਾ ਹੈ। ਉਹਦੇ ਵਿੱਚ ਤੁਸੀਂ ਦੇਖੋ ਲੱਭੋ ਲੈ ਜਾ, ਇਹਦੇ ਪਿਛਲੇ ਲੱਭੋ ਲੈ ਜਾ ਵੇਖਣਾ ਤੇ ਇਹ ਤੁਸੀਂ ਦੁਬਾਰਾ ਇਹਨੂੰ ਰਿਵਰਸ ਕਰਕੇ ਸੁਣੋ, ਤੁਹਾਨੂੰ ਤਾਂ ਪਤਾ ਚੱਲੇਗਾ। मेरा पहला शर्त यही था कि इस डिस्कशन का एक लॉजिकल सीक्वेंस होगा, लेकिन आप अभी हंस रहे हैं, किस पे हंस रहे हैं? अपनी हालत पे या हमारी हालत पे? आपसे जो सवाल किया गया था कि आपने एक दफा ये क्लेम किया कि फिजिकल वर्ल्ड के बाहर कोई चीज नामुमकिन है वजूद में हो, दलील मांगा, दलील कुछ भी नहीं। अब कह रहे हैं कि मुझे समझ ही नहीं आती। ਲਓ ਜੀ ਦੋਸਤੋ, ਇਹ ਮੋਹਤਰਮ ਅੱਲਾ ਯਾਰੀ ਸਾਹਿਬ ਨੇ ਵੀ ਉਹਨਾਂ ਨੇ ਵੀ ਚੈੱਕ ਕਰ ਗਏ ਨੇ ਕਿ ਉਹ ਹੱਸਦਾ ਸੀ ਪਿਆ ਤੇ ਉਹਨਾਂ ਨੇ ਵੀ ਚੈੱਕ ਕਰ ਲਿਆ ਕਿ ਹੱਸਣ ਡੇ ਆ ਤੇ ਉਹਨਾਂ ਨੇ ਜ਼ਾਹਿਰ ਹੈ ਹੁਣ ਮੀਡੀਆ ਤੇ ਬਹਿ ਕੇ ਤੇ ਉਹਦੇ ਨਾਲ ਉਹਦੀ ਕੋਈ ਸਿੱਧੀ ਬੇਇੱਜ਼ਤੀ ਤਾਂ ਨਹੀਂ ਇਸ ਤਰ੍ਹਾਂ ਉਹ ਕਰ ਸਕਦੇ, ਕਿਉਂਕਿ ਜ਼ਾਹਿਰ ਹੈ ਉਹਨਾਂ ਨੇ ਉਹ ਇੱਕ ਪ੍ਰੋਗਰਾਮ ਚਲਾਉਣਾ ਹੁੰਦਾ ਹੈ ਤੇ ਫਿਰ ਲੋਕਾਂ ਨੇ ਵੇਖਣਾ ਹੁੰਦਾ ਤੇ ਉਹ ਜ਼ਾਹਿਰ ਹੈ ਉੱਥੇ ਪਬਲਿਕ ਜ਼ਿਆਦਾ ਹੈ ਤੇ ਉਹ ਜ਼ਾਹਿਰ ਹੈ ਉਹਨਾਂ ਨੇ ਕੋਈ ਇੱਜ਼ਤ ਆਬਰੂ ਸਾਰੀ ਆਪਣੀ ਵੀ ਉਹਨਾਂ ਨੇ ਬਚਾਣੀ ਹੁੰਦੀ ਹੈ। ਫਿਰ ਅਗਲਾ ਬੰਦਾ ਜਿਹੜਾ ਆਇਆ ਉਹਨੂੰ ਮਹਿਮਾਨ ਕੋਸ਼ਿਸ਼ ਕਰਦੇ ਨੇ ਉਹਨੂੰ ਇੱਜ਼ਤ ਦੇਣ। ਉਹ ਲੇਕਿਨ ਮੈਨੂੰ ਇਹ ਲੱਗਦਾ ਹੈ ਨਾ ਕਿ ਯਾਰ ਕੋਈ ਕਮ ਸੇ ਕਮ ਕੋਈ ਇੱਜ਼ਤਦਾਰ ਆਦਮੀ ਹੋਵੇ
ਜਾਏ ਤੇ ਉਹਨੂੰ ਇੱਜ਼ਤ ਦਿੱਤੀ ਜਾਏ ਨਾ। ਉਹ ਆਂਦੇ ਨੇ ਯਾਇਲੀ ਸਰਕਾਰ ਦਾ ਫਰਮਾਨ ਹੈ ਨਾ ਕਿ ਜਦੋਂ ਤੁਸੀਂ ਕਿਸੇ ਉਹਦਾ ਮਫਹੂਮ ਇੰਜ ਹੈ ਕਿ ਜਦੋਂ ਤੁਸੀਂ ਕਿਸੇ ਇੱਜ਼ਤਦਾਰ ਨੂੰ ਤੁਸੀਂ ਇੱਜ਼ਤ ਦਿਓਗੇ ਤੇ ਉਹ ਵੀ ਤੁਹਾਨੂੰ ਪਲਟਾ ਕੇ ਇੱਜ਼ਤ ਦੇਗਾ, ਤੇ ਜਦੋਂ ਤੁਸੀਂ ਕਮੀਨੇ ਸ਼ਖਸ ਨੂੰ ਤੁਸੀਂ ਇੱਜ਼ਤ ਦਿਓਗੇ ਤੇ ਉਹ ਇੱਜ਼ਤ ਦੇਣ ਦੀ ਬਜਾਏ ਉਹ ਇਹੋ ਜਿਹੀਆਂ ਛੜੋਲਾ ਮਾਰੇਗਾ, ਉਹਦੇ ਕੋਲ ਕਿਸੇ ਦੀ ਕਦਰੋ ਕੀਮਤ ਕੱਖ ਨਹੀਂ। ਉਹ ਖੁਦ ਪਸੰਦੀ ਵਿੱਚ ਮੁਬਤਲਾ ਹੁੰਦਾ ਹੈ, ਉਹ ਖੁਦ ਪਸੰਦੀ ਵਿੱਚ ਜਿਸ ਤਰ੍ਹਾਂ ਮੁਬਤਲਾ ਹੋ ਜਾਂਦਾ ਹੈ, ਸ਼ੀਸ਼ੇ 'ਚ ਆਪਣੇ ਆਪ ਨੂੰ ਵੇਖੀ ਜਾਂਦਾ ਹੈ ਔਰ ਪੂਰੀ ਕਹਾਣੀ ਸੋਚਦਾ ਕਿ ਯਾਰ ਇਹ ਕੰਮ ਮੇਰੇ ਵੱਸ ਵਿੱਚ ਨਹੀਂ, ਕੋਈ ਹੋਰ ਕਰ ਹੀ ਨਹੀਂ ਸਕਦਾ। ਫਿਰ ਵੇਖੋ ਨਾ ਕਿ ਇੱਕ ਇਨਸਾਨ ਹੈ, ਉਹਦੇ ਅੰਦਰ ਉਹ ਤਕਬਰ, ਯਾਇਲੀ ਸਰਕਾਰ ਫਰਮਾਉਂਦੇ ਨੇ ਕਿ ਤਾज्जुब है कि उस इंसान पर जो तकबर करता है और पेट में फुजला उठाए उठाए फिरता है। ਉਹ ਮੈਂ ਹਕੀਮ ਸਾਹਿਬ ਕੋਲ ਪੁੱਛਿਆ ਕੋ ਫੁਜ਼ਲਾ ਕਿੰਜ ਨਿਕਲੇਗਾ? ਹੋਣਾ ਕਿ ਸਿਰਫ 6 ਦਿਨ ਤੁਸੀਂ ਨਾ ਖਾਓ ਨਾ ਪੀਓ, ਇਹ ਫੁਜ਼ਲਾ ਨਿਕਲ ਜਾਏਗਾ। ਹੁਣ ਦੱਸੋ ਨਾ, ਪੇਟ ਦੇ ਵਿੱਚ ਇਹ ਜਿਹੜੇ ਨੇ ਲੱਲੂ ਕੁਮਾਰ ਸਾਹਿਬ, ਇਹ ਵੀ ਸਾਰੇ ਬੰਦਿਆਂ ਦਾ ਇੰਜ ਹੀ ਹੈ। ਉਹ ਅੰਦਰ ਪਾਈਪ ਲਾਈਨਾਂ ਦੇ ਵਿੱਚ ਉਂਝ ਹੀ ਜਨਾਬ ਜੀ, ਉਹ ਭਾਵੇਂ ਸਵੇਰੇ ਤੁਸੀਂ ਜਿੰਨਾ ਮਰਜ਼ੀ ਜ਼ੋਰ ਅਜ਼ਮਾਈ ਕਰ ਲਓ, ਉਹ ਫੁਜ਼ਲਾ ਫਿਰ ਵੀ ਵਿੱਚ ਲੰਮਾ ਪਿਆ ਹੁੰਦਾ ਤੇ ਬੰਦਾ ਫਿਰ ਮੁਅੱਜ਼ਜ਼ ਬਣ ਕੇ ਇੱਤਰ ਲਾ ਕੇ ਤੇ ਸੋਹਣੇ ਕੱਪੜੇ ਪਾ ਕੇ ਸ਼ੇਵਾਂ ਘੜ ਕੇ ਜਨਾਬ ਜੀ ਤੇ ਡਿੰਗੇ ਮੂੰਹ ਕਰਕੇ ਜੋ ਮਰਜ਼ੀ ਕਰੇ ਨਾ, ਉਹ ਫਿਰ ਤਾਂ ਹੀ ਤੇ ਰੱਬੇ ਕਾਇਨਾਤ ਦਾ ਵੀ ਕੁਰਾਨੇ ਪਾਕ 'ਚ ਫਰਮਾਨ, ਉਹਦਾ ਮਫਹੂਮ ਕਿ ਇਨਸਾਨ ਇਹ ਤੜਾਖ ਪੜਾਖ ਗੱਲਾਂ ਕਰਦਾ ਹੈ, ਠੀਕ ਹੈ ਨਾ। ਉਹ ਜੈਸੇ ਕੋਈ ਕਰਮ ਕਰਦਾ ਨਾ ਅੱਲਾ ਦੇ ਬੰਦੇ ਮੁੜਦੇ ਹੀ ਨਹੀਂ। ਤੇ ਉਹਨਾਂ ਵਿੱਚ ਇਹ ਬਿਹਤਰੀਨ ਨਮੂਨਾ ਤੁਸੀਂ ਇਹ ਵੇਖੋ ਤੇ ਸ਼ੁਕਰ ਕਰੋ ਤੁਹਾਡੀਆਂ ਔਲਾਦਾਂ ਜਿਹੋ ਜੀਆਂ ਵੀ ਨੇ, ਕਮ ਇਹੋ ਜਿਹੇ ਨਹੀਂ ਜਿਹਨਾਂ ਨੇ ਸਿੱਧਾ ਹੀ ਅੱਲਾ ਨੂੰ ਹੱਥ ਪਾ ਲਿਆ। ਬਜ਼ਾਹਿਰ ਇਹੋ ਜਿਹੀਆਂ ਗੱਲਾਂ ਕਰਦੇ ਨੇ, ਇਹਨਾਂ ਦੇ ਅੰਡਰ ਆਮ ਜਿਹੜੇ ਨੇ ਨਾ, ਅੰਦਰੋਂ ਅੰਦਰ ਜਿਹੜੇ ਖਾਤੇ ਚੱਲਦੇ ਨੇ ਨਾ, ਉਹ ਤੁਹਾਨੂੰ ਫਿਰ ਸਮਝ ਤੇ ਆਂਦੀ ਹੈ ਨਾ, ਕਹਿੰਦਾ ਕਰੇ ਨਾ ਇਹ ਉਹੋ ਜਿਹਾ ਜੇ। ਇਹ ਬੈਟਰੀਆਂ ਚਾਰਜ ਕਰਾਉਣ ਲਈ ਕੰਪਨੀਆਂ ਹੁੰਦੀਆਂ ਨੇ, ਤੇ ਮੇਰੇ ਹਿਸਾਬ ਨਾਲ ਇਹਨਾਂ ਕੋ ਬਚਾ ਕੇ ਤੇ ਆਪਣੇ ਆਪ ਨੂੰ ਵੀ ਤੁਸੀਂ ਬਚਾਓ, ਆਪਣੀ ਇਮਾਨਾਂ ਨੂੰ ਬਚਾਓ। ਔਰ ਕਮ ਸੇ ਕਮ ਤੁਹਾਨੂੰ ਇਹ ਤੱਕਣਾ ਚਾਹੀਦਾ ਕਿ ਇੱਕ ਬੰਦਾ ਜਿਹੜਾ ਨਾ, ਉਹ ਹੈ ਕਿੱਡਾ ਕਿ ਇਹ ਦੁਨੀਆ ਸਾਡੀ ਕਿੱਡੀ ਕਿ ਤੇ ਕਿੰਨੀਆਂ ਗੈਲੈਕਸੀਆਂ ਨੇ ਔਰ ਐਡੀ ਵੱਡੀ ਕਾਇਨਾਤ ਹੈ, ਤੇ ਉਹਦੇ ਮਾਲਕ ਉਸ ਡਾਇਰੈਕਟ ਉਹਨੂੰ ਜਨਾਬ ਜੀ ਪੂਰਾ ਉਹਨਾਂ ਆਖਿਆ ਜਨਾਬ ਭੂੰਡ ਪਟਾਕਾ ਚੱਲਿਆ ਤੇ ਇੰਜ ਹੀ ਬਸ ਦੁਨੀਆ ਬਣ ਗਈ ਹੈ। ਔਰ ਜਿਹੜਾ ਬਾਂਦਰ ਹੈ ਤੇ ਉਹ ਬਾਂਦਰੀ ਹੈ, ਉਹ ਕਿਸ ਤਰ੍ਹਾਂ ਬਣੇ ਨੇ ਹੈ। ਹਰ ਸ਼ੈ ਦਾ ਬਈ ਸਵਾਲ ਹੀ ਕਰੀ ਜਾਣੇ ਨੇ ਦੜਾ ਦੜ, ਜਵਾਬ ਇਹਨਾਂ ਕੋ ਪੁੱਛੋ ਜਵਾਬ ਹੈ ਕੋਈ ਨਹੀਂ, ਮੂੰਹ ਅੱਡ ਲੈਣਾ ਉੱਥੇ ਮੁਸਕਦਾ ਹੈ। ਔਰ ਬਾਕੀ ਬੜਾ ਅਦਬ ਵਾਲਾ ਬੰਦਾ ਬਣ ਕੇ ਤੇ ਇੰਜ ਗੱਲਾਂ ਕਰਨਾ ਚਾਹੁੰਦਾ ਹੈ ਕਿ ਲੋਕਾਂ ਨੂੰ ਪਤਾ ਚੱਲੇ ਕਿ ਜਨਾਬ ਜੀ ਕਿ ਇਹ ਅਸਲ 'ਚ ਆਪਣੀ ਮਾਰਕੀਟ ਬਣਾਉਣਾ ਚਾਹੁੰਦਾ ਹੈ ਜੀ। ਉਹ ਮਾਰਕੀਟ ਉਹਨੇ ਕਾਹਦੀ ਬਣਾਉਣੀ ਹੈ? ਉਹ ਕਿਉਂਕਿ ਉਹ ਇਹਦੀ ਵੀ ਚੁਆਇਸ ਹੋਣੀ ਹੈ ਨਾ, ਉਹ ਜਿਨ ਖੁਸਰਿਆਂ ਦੀ ਕੋਈ ਚੁਆਇਸ ਹੁੰਦੀ ਤੇ ਫਿਰ ਇਹਨਾਂ ਨੇ ਵੀ ਆਪਣੀਆਂ ਚੁਆਇਸਾਂ ਰੱਖੀਆਂ ਹੁੰਦੀਆਂ ਨੇ, ਤੇ ਆਖਰ ਤੇ ਇਹਨਾਂ ਨੇ ਉਹੀ ਗੱਲ ਕਰਨੀ ਹੈ। ਕਰੋ ਨਾ ਹੈ, ਅੱਲਾ ਹੀ ਮਾਫੀ ਦੇ ਭਾਈ ਜੀ। ਇਹ ਸਾਰਾ ਕੰਮ ਜੇ, ਤੇ ਇਹੋ ਜਿਹੇ ਬੰਦਿਆਂ ਤੋਂ ਆਪੇ ਵੀ ਬਚਣਾ ਤੇ ਆਪਣੇ ਆਲ ਔਲਾਦ ਨੂੰ ਬਚਾਉਣਾ। ਤੇ ਇਨਸ਼ਾਅੱਲਾ ਅਸੀਂ ਕੋਈ ਨਵਾਂ ਕਲਿੱਪ ਲਿਆਉਂਦੇ ਹਾਂ ਔਰ ਫਿਰ ਅਸੀਂ ਤੱਕਦੇ ਹਾਂ ਕਿ ਉਹਦੇ ਵਿੱਚ ਬਣਦਾ ਕੀ ਹੈ, ਤਾਂ ਕਿ ਅਸੀਂ ਆਪਣੇ ਈਮਾਨ ਨੂੰ ਕਿੰਜ ਬਚਾਈਏ ਔਰ ਅਸੀਂ ਆਪਣੇ ਹਰਕਤਾਂ ਉਹ ਅਸੀਂ ਸਹੀ ਕਰੀਏ, ਤਾਂ ਕਿ ਸਾਡੇ ਜ਼ਿਹਨਾਂ ਵਿੱਚ ਅਗਰ ਕੋਈ ਇਹੋ ਜਿਹੇ ਸਵਾਲ ਹੁੰਦੇ ਨੇ, ਅਸੀਂ ਕੋਈ ਅੱਲਾ ਦੇ ਅੱਗੇ ਸਜਦਾ ਕਰੀਏ, ਕੋਈ ਕੁਰਾਨ ਪਾਕ ਦੀ ਤਲਾਵਤ ਕਰ ਲਈਏ, ਇੱਕ ਦੂਏ ਲਈ ਅਸੀਂ ਕੋਈ ਜਿਹੜਾ ਨਾ ਕੋਈ ਥੋੜਾ ਜਿਹਾ ਕੋਈ ਰਸਤਾ ਦਈਏ। ਜਿਹੜਾ ਕੋਈ ਇੱਜ਼ਤਦਾਰ ਆਦਮੀ ਹੈ, ਇੱਜ਼ਤਦਾਰ ਆਦਮੀ ਕਦੇ ਵੀ ਉਹ ਜਿਹੜੇ ਵੱਡੇ ਹੁੰਦੇ ਨੇ, ਕੋਈ ਬਜ਼ੁਰਗ ਹੁੰਦੇ ਨੇ, ਉਹਨਾਂ ਦੇ ਇhtਰਾਮ ਨੂੰ ਉਹ ਮਲੂਜ਼ੇ ਖਾਤਰ ਰੱਖੇਗਾ ਔਰ ਆਪਣੇ ਵਾਲਦੈਨ ਦੀ ਉਹ ਅਤਾਤ ਕਰੇਗਾ, ਆਪਣੇ ਇਰਦ ਗਿਰਦ ਵਾਲਿਆਂ ਨੂੰ ਕੋ ਮੁਸਤਫੀਦ ਕਰੇਗਾ। ਇਹਦੇ ਕੋਲੋਂ ਇਹੋ ਜਿਹੇ ਬੰਦਿਆਂ ਨਾਲੋਂ ਨਾ, ਇਹ ਲੱਲੂ ਕੁਮਾਰ ਕੰਪਨੀ ਕੋਲੋਂ ਕਿਸੇ ਨੂੰ ਮੇਰੇ ਹਿਸਾਬ ਨਾਲ ਕੋਈ ਬਚਣ ਵਾਲਾ ਰਸਤਾ ਕੋਈ ਨਹੀਂ ਹੈ। ਤੇ ਇਸ ਲਈ ਭਾਈਓ ਇਨਸ਼ਾਅੱਲਾ ਤੁਹਾਡੇ ਨੂੰ ਮਿਲਨੇ ਆ, ਕੋਈ ਨਵਾਂ ਕਲਿੱਪ ਲਿਆਉਂਦੇ ਆ, ਤਾਂ ਕਿ ਅਸੀਂ ਆਪਣੀ ਸਲਾਹ ਲਈ, ਇਸ ਉਮਤ ਦੀ ਸਲਾਹ ਲਈ ਕੋਈ ਕੰਮ ਕਰ ਸਕੀਏ। ਬਹੁਤ ਸ਼ੁਕਰੀਆ।